आत्मा चैनल देख रहे सारे दर्शकों का स्वागत है। मैं हरजीश मेहरा। और गल करेंगे कोविड काल की। कोविड महामारी अंदर अज भारत दुनिया च दूसरे नंबर पर पहुंच चुका। अमेरिका पहले ते है, भारत दूजे ते ब्राजील नूं भी पिछे छड़ के दूसरे नंबर पर पहुंच चुका, जिहड़ी कि बहुत चिंता वाली गल है। लेकिन भारत के अंदर जिन्ने साडे हॉस्पिटल्स ने, उन्हां दे विच जिन्ने डॉक्टर्स ने, जिन्ने नर्सिज ने, जिन्ने स्टाफ ने, उन्हां दा जिहड़ा योगदान की गल करिए तो बहुत अहम योगदान रहा है। अज गल करांगे, साडे नाल मौजूद ने पंजाब के महानगर शहर लुधियाना विच ओसवाल हॉस्पिटल की। ओसवाल हॉस्पिटल के डॉक्टर साडे नाल मौजूद ने। उन्होंने पूछांगे कि इस कोरोना काल के अंदर तुसीं किस तरह की भूमिका निभाई है तो किस तरीके नाल तुहाडे कोल मरीज आए ने तो किस तरीके नाल तुसीं ठीक कीता। सब तो पहला स्वागत करते हैं डॉक्टर प्रदीप जी का। प्रदीप जी, बहुत बहुत स्वागत है तुहाडा इस साडे चैनल अंदर। जिस तरीके नाल महामारी ये फैली हुई है, सारिਆਂ ਨੂੰ पता ही है, चीन के वुहान शहर तो आई है, लेकिन वर्ल्ड के अंदर भी 9 लाख तो उत्ते लोगों दी जानां जा चुकियां, जबकि हिंदुस्तान अंदर तो 74,000 के करीब आंकड़ा पहुंच चुका है। तो पंजाब अंदर भी बहुत एक चिंता वाली गल है कि 2,000 तो उत्ते भी मौतां हो चुकियां। पर तुहाडा जिहड़ा योगदान इस बहुत अहम रहा, वो खास करके मैं गल करांगा ओसवाल हॉस्पिटल की। ओसवाल हॉस्पिटल सब तो पहला जदों ये महामारी का पता लगे, कदों मरीज आने शुरू हुए सी, किहड़े महीने की गल करिए? ਸਾਡੇ ਕੋਲ ਕੋਈ अप्रैल ਦੇ ਐਂਡ ਦੇ ਵਿੱਚ ਜਾਂ ਮਈ ਦੇ ਸ਼ੁਰੂਆਤ ਦੇ ਵਿੱਚ ਮਰੀਜ਼ ਆਣੇ ਸ਼ੁਰੂ ਹੋ ਗਏ ਸੀਗੇ ਜੀ। ਸੋ ਉਸ ਵੇਲੇ ਸ਼ੁਰੂਆਤ ਦੇ ਵਿੱਚ ਮਰੀਜ਼ਾਂ ਥੋੜੇ ਮਰੀਜ਼ ਸੀਗੇ ਜੀ। ਸੋ ਇੰਨੇ ਜ਼ਿਆਦਾ ਨਹੀਂ ਸੀਗੇ, ਜਿਹੜੇ ਕਿ ਹੌਲੀ ਹੌਲੀ ਵੱਧਦੇ ਗਏ ਤੇ ਹੁਣ ਤਾਂ ਬਹੁਤ ਜ਼ਿਆਦਾ ਨੰਬਰ ਹੋ ਚੁੱਕਾ ਹੈ ਇਹਨਾਂ ਮਰੀਜ਼ਾਂ ਦਾ। ਇੰਨਾ ਨੰਬਰ ਹੋ ਚੁੱਕਿਆ, ਹਰ ਦੂਸਰਾ ਤੀਸਰਾ ਮਰੀਜ਼ ਸਾਡੇ ਕੋਲ ਹੁਣ ਕਰੋਨਾ ਦਾ ਹੀ ਆਂਦਾ ਹੈਗਾ। ਤੁਹਾਡੇ ਹਸਪੀਟਲ ਦੇ ਵਿੱਚ ਕਿੰਨੇ ਕ ਡਾਕਟਰਸ ਅਵੇਲੇਬਲ ਸੀਗੇ ਇਸ ਜਾਂ ਹੁਣ ਕਿੰਨੇ ਅਵੇਲੇਬਲ ਨੇ? ਉਸ ਟਾਈਮ ਕਿੰਨੇ ਅਵੇਲੇਬਲ ਸੀ ਜਿਹੜੇ ਸਿਰਫ ਕਰੋਨਾ ਪੇਸ਼ੈਂਟਸ ਨੂੰ ਹੀ ਜਿਹੜਾ ਡੀਲ ਕਰਦੇ ਸੀ? ਕਰੋਨਾ ਵਾਸਤੇ ਸੀਨੀਅਰ ਡਾਕਟਰ ਤਾਂ ਸਾਡੇ ਕੋਲ 3 ਰਹੇ ਹੈਗੇ ਆ ਜੀ ਜੀ। ਸੋ ਤਿੰਨੋਂ ਹੀ ਡੀਲ ਕਰਦੇ ਰਹੇ ਸ਼ੁਰੂ ਤੋਂ ਹੀ ਹੁਣ ਤੱਕ। ਪਰ ਜੂਨੀਅਰ ਡਾਕਟਰ ਦੀ ਤਾਦਾਦ ਹੁਣ ਵੱਧ ਕੇ 10-12 ਹੋ ਚੁੱਕੀ ਹੈ, ਜਿਹੜੇ ਕਿ ਸਾਡੇ ਨਾਲ ਅਸਿਸਟ ਕਰ ਰਹੇ ਹੈਗੇ ਆ। ਜੀ ਜੀ। ਸੋ ਬਾਕੀ ਨੰਬਰ ਆਫ ਪੇਸ਼ੈਂਟ ਤੇ ਡਿਪੈਂਡ ਕਰਦਾ, ਉਹਦੇ ਹਿਸਾਬ ਨਾਲ ਅਸੀਂ ਡਾਕਟਰਸ ਜ਼ਿਆਦਾ ਹੁਣ ਇਹਦੇ ਚ ਲਗਾ ਦਿੱਤੇ। ਇਸ ओसवाल ਦੀ ਆਪਾਂ ਗੱਲ ਕਰਦੇ ਹਾਂ। ओसवाल हॉस्पिटल से ਇਸ ਵੇਲੇ ਕਿੰਨੇ ਕ ਤੁਹਾਡੇ ਕੋਲ ਬੈੱਡਸ ਹੈਗੇ ਆ? ਕਿਉਂਕਿ ਹਮੇਸ਼ਾ ਮਰੀਜ਼ਾਂ ਦੀ ਇਹ ਪ੍ਰੋਬਲਮ ਰਹੀ ਹੈ ਪੂਰੇ ਲੁਧਿਆਣਾ ਸ਼ਹਿਰ 'ਚ। ਹਾਲਾਂਕਿ ਬਹੁਤ ਵੱਡੀ ਆਬਾਦੀ ਆ, ਲੁਧਿਆਣਾ ਪੰਜਾਬ ਦਾ ਬਹੁਤ ਵੱਡਾ ਸ਼ਹਿਰ ਹੈ, ਤੇ ਬੈੱਡਸ ਦੀ ਬੜੀ ਕਮੀ ਰਹਿੰਦੀ ਹੈ। ਫਿਰ ਤੁਸੀਂ ਕਿੱਦਾਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਦੇ ਹੋ? ਸਾਡੇ ਕੋਲ ਇਸ ਵੇਲੇ ਅਸੀਂ ਵਧਾ ਕੇ 50 ਬੈੱਡ ਕੀਤੇ ਹੈਗੇ ਆ। ਜੀ ਜੀ। 50 ਦੇ ਵਿੱਚੋਂ ਸਾਡੇ ਜਿਹੜੇ 10 ਬੈੱਡ ਹੈ ਉਹ ਆਈਸੀਯੂ ਦੇ ਬੈੱਡ ਹੈ, ਜਿਸ ਚੋਂ ਕਿ 5 ਵੈਂਟੀਲੇਟਰ ਤੇ ਰੱਖੇ ਜਾ ਸਕਦੇ ਪੇਸ਼ੈਂਟ। ਸੋ ਇਹ ਸਾਡੇ ਕੋਲ ਟੋਟਲ ਨੰਬਰ ਆਫ ਬੈੱਡਸ ਹੈਗੇ। ਜੇ ਮੰਨ ਲਓ ਬਹੁਤ ਪੇਸ਼ੈਂਟ ਸੀਰੀਅਸ ਆ ਜਾਂਦਾ ਆਈਸੀਯੂ ਵਾਲੇ, ਉਹ ਕਿੰਨੇ ਕ ਤੁਹਾਡੇ ਕੋਲ ਇਸ ਵੇਲੇ ਅਵੇਲੇਬਿਲਟੀ ਹੈਗੀ ਵੀ ਜਿਹੜਾ ਸੀਰੀਅਸ ਪੇਸ਼ੈਂਟ ਆਇਆ? ਸੀਰੀਅਸ ਪੇਸ਼ੈਂਟ ਲਈ 10 ਬੈੱਡ ਸਾਡੇ ਕੋਲ ਅਸੀਂ ਸੈਪਰੇਟ ਰੱਖੇ ਹੋਏ ਆ ਇਹਨਾਂ ਵਾਸਤੇ। ਇਹ ਟੋਟਲ ਤੁਸੀਂ ਜਿਹੜਾ 50 ਬੈੱਡ ਦੀ ਗੱਲ ਕੀਤੀ, ਕੋਈ ਵਾਰਡ ਬਣਾਇਆ ਹੋਇਆ ਕਰੋਨਾ ਵਾਰਡ ਟਾਈਪ ਬਣਾਇਆ ਹੋਇਆ? ਸਾਡੇ ਬਿਲਕੁਲ ਸੈਪਰੇਟ ਵਾਰਡ ਹੈ ਕਰੋਨਾ ਦੇ। 3 ਵਾਰਡ ਅਸੀਂ ਰੱਖੇ ਆ ਜਿਨ੍ਹਾਂ ਦੀ ਐਂਟਰੀ ਬਿਲਕੁਲ ਸੈਪਰੇਟ ਹੈਗੀ ਹੈ, ਸਟਾਫ ਸੈਪਰੇਟ ਹੈ, ਉੱਥੇ ਦੇ ਇੰਸਟਰੂਮੈਂਟ ਸਾਰਾ ਕੁਝ ਸੈਪਰੇਟ ਹੈ ਜੀ। ਜਦੋਂ ਕਰੋਨਾ ਦੇ ਤੁਹਾਨੂੰ ਜਾਂ ਤੁਸੀਂ ਕਹਿ ਰਹੇ ਹੋ ਮਈ ਦੇ ਵਿੱਚ ਆਲਮੋਸਟ ਪੇਸ਼ੈਂਟ ਆਏ, ਉਦੋਂ ਕਿੱਦਾਂ ਦੇ ਲੱਛਣ ਪਾਏ ਜਾਂਦੇ ਸੀ ਮਰੀਜ਼ ਦੇ ਅੰਦਰ, ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜਾਏ? ਫਿਰ ਵੈਸੇ ਤਾਂ ਹੁਣ ਸਾਰੇ ਅਵੇਅਰ ਹੋ ਗਏ, ਲੇਕਿਨ ਤੁਹਾਡੇ ਪੇਸ਼ੈਂਟ ਨੂੰ ਕਿੱਦਾਂ ਲੱਗਦਾ ਸੀ? ਉਹੀ ਸ਼ੁਰੂਆਤੀ ਜਿਹੜੇ ਪੇਸ਼ੈਂਟ ਆਉਂਦੇ ਸੀਗੇ, ਮੇਨਲੀ ਉਹਨਾਂ ਦੇ ਵਿੱਚ ਬੁਖਾਰ ਸਭ ਨਾਲੋਂ ਜ਼ਿਆਦਾ, ਜੀ, ਖਾਂਸੀ ਤੇ ਸਾਹ ਦੀ ਪ੍ਰੋਬਲਮ ਤੇ ਗਲੇ 'ਚ ਦਰਦ, ਸਿਰ 'ਚ ਦਰਦ ਤੇ ਸਾਰੇ ਸਰੀਰ 'ਚ ਦਰਦ, ਥਕਾਵਟ ਮਹਿਸੂਸ ਕਰਨਾ, ਇਹ ਮੇਨ ਫੀਚਰਸ ਜਿਹੜੇ ਆਉਂਦੇ ਹੈਗੇ ਆ। ਸੋ ਜਿਹੜੇ ਥੋੜੇ ਜਿਹੇ ਲੇਟ ਹੋ ਜਾਂਦੇ ਮਰੀਜ਼, ਉਹਨਾਂ 'ਚ ਸਾਹ ਦੀ ਤਕਲੀਫ ਬਹੁਤ ਵੱਧ ਜਾਂਦੀ ਹੈ। ਆਕਸੀਜਨ ਲੈਵਲ ਕਈ ਵਾਰੀ ਅੱਜਕੱਲ ਆਮ ਲੋਕੀ ਹੁਣ ਘਰ 'ਚ ਚੈੱਕ ਕਰ ਲੈਂਦੇ ਆ, ਤੇ ਜਿਹੜੀ ਕਿ ਬੈਠੇ ਰਹਿਣ ਦੇ ਉੱਤੇ ਆਕਸੀਜਨ ਦਾ ਲੈਵਲ 90-92 ਵਾਲੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਕਿ ਲੇਟ ਸਟੇਜ ਤੇ ਆਉਂਦੇ ਆ ਇੰਨੇ ਤੇ ਐਕਸਰਸਾਈਜ਼ ਕਰਨ ਤੋਂ ਬਾਅਦ ਕਈਆਂ ਦੀ ਆਕਸੀਜਨ ਘਟ ਕੇ 80-85 ਤੇ ਰਹਿ ਜਾਂਦੀ ਹੈ। ਇਹਨਾਂ ਨੂੰ ਅਸੀਂ ਸੀਰੀਅਸ ਕੈਟੇਗਰੀ 'ਚ ਲੈਣੇ ਹੈਗੇ ਆ। ਸੋ ਬਾਕੀ ਐਕਸ-ਰੇ ਜਾਂ ਸੀਟੀ ਸਕੈਨ, ਪਰ ਮੇਨ ਜਿਹੜਾ ਅਸੀਂ ਡਾਇਗਨੋਸ ਕਰਦੇ ਹਾਂ ਸਿੰਪਟਮਸ ਤੋਂ ਤੇ ਗਲੇ ਤੋਂ ਜਿਹੜਾ ਅਸੀਂ ਟੈਸਟ ਲੈਣੇ ਹੈਗੇ ਆ ਉਹਦੇ ਨਾਲ। ਇਹਦੇ ਪੇਸ਼ੈਂਟਸ ਦੇ ਜਿੱਦਾਂ ਤੁਸੀਂ ਕੈਟੇਗਰੀ ਦੀ ਗੱਲ ਕਰੀ, ਸਟੇਜ ਕਿਸ ਤਰ੍ਹਾਂ ਦੀ ਹੁੰਦੀ? ਸਟੇਜ 1 2 3 ਇਦਾਂ ਦੀ ਸਟੇਜ ਕਿਸ ਤਰ੍ਹਾਂ? 3 ਸਟੇजेस ਚ ਆਉਂਦੇ ਹੈਗੇ। ਇੱਕ ਤਾਂ ਮਾਈਲਡ ਸਟੇਜ ਹੈਗੀ ਹੈ, ਮਾਈਲਡ ਦੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ, ਪਰ ਪੇਸ਼ੈਂਟ ਨੂੰ ਬੁਖਾਰ ਖਾਂਸੀ ਵਗੈਰਾ ਹੈ, ਉਹਨੂੰ ਅਸੀਂ ਸਾਰੇ ਟੈਸਟ ਤੋਂ ਬਾਅਦ ਘਰੇ ਵੀ ਟ੍ਰੀਟ ਕਰ ਸਕਦੇ ਹਾਂ, ਇਹਨੂੰ ਹੋਮ ਕੁਆਰੰਟਾਈਨ ਚ ਰੱਖ ਸਕਦੇ ਹਾਂ।
ਤੇ ਕੰਟੈਕਟਸ ਤੋਂ ਜਿਹੜੇ ਹੈਗੇ ਉਹਨਾਂ ਨਾਲ ਦੇ ਉਹਨਾਂ ਨੂੰ ਵੀ ਚੈੱਕ ਕਰਦੇ ਹੈਗੇ ਆ। ਤੇ ਦੂਸਰੇ ਹੈਗੇ ਮੋਡਰੇਟ ਦੇ ਵਿੱਚ ਕਈ ਵਾਰੀ ਸਾਨੂੰ ਜਿਹੜੀ ਦਵਾਈ ਹੈਗੀ ਆ ਉਹਦਾ ਲੈਵਲ ਜਿਹੜਾ ਦੇਖਣਾ ਪੈਂਦਾ ਵੀ ਕਿੰਨੀ ਕੁ ਦਵਾਈ ਨਾਲ ਇਹ ਸੈੱਟ ਹੋਣਗੇ, ਜਾਂ ਕਈ ਵਾਰੀ ਆਕਸੀਜਨ ਦੀ ਲੋੜ ਪੈਂਦੀ ਹੈ ਇਹਨਾਂ ਨੂੰ, ਪਰ ਇਹ ਜਲਦੀ ਰਿਕਵਰ ਹੋ ਜਾਂਦੇ ਆ ਪੇਸ਼ੈਂਟ। ਇਹਨਾਂ ਨੂੰ ਕਈ ਵਾਰੀ ਹਸਪੀਟਲਾਈਜ਼ ਕਰਨਾ ਪੈਂਦਾ ਹੈ ਇਹਨਾਂ ਪੇਸ਼ੈਂਟ ਨੂੰ ਮੋਡਰੇਟ ਦੇ ਵਿੱਚ। ਸੀਵੀਅਰ 'ਚ ਸਾਰੇ ਪੇਸ਼ੈਂਟ ਜਿਹੜੇ ਹਸਪੀਟਲਾਈਜ਼ ਕਰਨੇ ਪੈਣਗੇ, ਹਾਈ ਫਲੋ ਆਕਸੀਜਨ ਤੇ ਰਹਿੰਦੇ ਹਨ, ਉਹਨਾਂ ਨੂੰ ਸਟੀਰੋਇਡ ਜਾਂ ਬਾਕੀ ਜਿਹੜੀ ਦਵਾਈਆਂ ਉਹਨਾਂ ਦੀ ਥੋੜੀ ਮਾਤਰਾ ਜ਼ਿਆਦਾ ਦੇਣੀ ਪੈਂਦੀ ਹੈਗੀ ਹੈ, ਪਰ ਰਿਕਵਰੀ ਰੇਟ ਤਾਂ ਵੀ ਕਾਫੀ ਅੱਛਾ ਹੈਗਾ ਅੱਜ ਕੱਲ੍ਹ। ਕੀ ਪਰਸੈਂਟੇਜ ਸਮਝਦੇ ਤੁਸੀਂ ਰਿਕਵਰੀ ਰੇਟ ਦੀ ਗੱਲ ਕਰ? ਸੋ ਈਵਨ ਸਿਕ ਪੇਸ਼ੈਂਟ ਦੇ ਵਿੱਚ ਵੀ ਐਸੇ ਰਿਕਵਰੀ ਰੇਟ ਜਿਹੜਾ ਹੈਗਾ 90% ਤੋਂ ਉੱਪਰ ਹੈ, ਈਵਨ 90 ਤੋਂ 95 ਤੱਕ ਵੀ ਜਾਂਦਾ ਹੈ, ਕਿਉਂਕਿ ਨਵੀਆਂ ਜਿਹੜੀਆਂ ਹੁਣ ਦਵਾਈਆਂ ਆ ਚੁੱਕੀਆਂ ਉਹ ਬੜੀਆਂ ਅੱਛੀਆਂ ਦਵਾਈਆਂ, ਉਹਨਾਂ ਦਾ ਰਿਕਵਰੀ ਰੇਟ ਕਾਫੀ ਜ਼ਿਆਦਾ ਵੱਧ ਗਿਆ ਹੁਣ। ਪਰ ਕੁਝ ਪਰਸੈਂਟੇਜ ਜਿਹੜਾ ਨਹੀਂ ਰਿਕਵਰ ਕਰਦੇ ਉਹ ਸਾਨੂੰ ਪਤਾ ਲੱਗਦਾ ਵੀ ਇਹ ਪੇਸ਼ੈਂਟ ਰਿਕਵਰ ਕਰਨ ਵਾਲਾ ਨਹੀਂ ਹੈਗਾ। ਕੀ ਪਰਸੈਂਟੇਜ ਤੁਸੀਂ ਡੈਥ ਦੀ ਗਿਣਦੇ ਹੋ ਇਸ ਵੇਲੇ ਜਿਹੜੀ ਰਹੀ ਹੈ ਹੁਣ ਤੱਕ ਦੀ? ਇਸ ਵੇਲੇ ਕੋਈ 2 ਤੋਂ 5% ਪੇਸ਼ੈਂਟ ਜਿਹੜੇ ਐਸੇ ਆ ਜਾਂਦੇ ਹੈਗੇ ਜਿਨ੍ਹਾਂ ਨੂੰ ਈਵਨ ਵੈਂਟੀਲੇਟਰ ਤੇ ਵੀ ਪਾਣਾ ਪੈ ਜਾਂਦਾ। ਜਿਹੜਾ ਇੱਕ ਵਾਰੀ ਵੈਂਟੀਲੇਟਰ ਤੇ ਪੈਂਦਾ ਉੱਥੇ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ, ਉਹਨਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੁੰਦਾ ਜੀ। ਕੁਝ ਬਚਾਏ ਕੁਝ ਲੋਕ ਬੱਚੇ ਵੀ ਹੈਗੇ ਜੇ ਵੈਂਟੀਲੇਟਰ ਤੇ ਵੀ, ਪਰ ਬਹੁਤ ਘੱਟ ਪਰਸੈਂਟੇਜ ਬਚਦੀ ਹੈ ਜੀ। ਪਰ ਸਾਡੇ ਕੋਲ ਵੈਂਟੀਲੇਟਰ ਤੋਂ ਇਲਾਵਾ ਵੀ ਨਾ ਅੱਜਕੱਲ ਕਈ ਹੋਰ ਚੀਜ਼ਾਂ ਜਿੱਦਾਂ ਬਾਈਪੈਪ ਹੈਗਾ, ਉਹ ਨਾਨ ਇਨਵੇਸਿਵ ਵੈਂਟੀਲੇਟਰ ਕਹਿੰਦੇ ਆ। ਅਸੀਂ ਕੋਸ਼ਿਸ਼ ਕਰੀਦੀ ਵੀ ਇਨਵੇਸਿਵ ਵੈਂਟੀਲੇਟਰ ਦੇ ਨਾ ਪਾਣਾ ਪਏ, ਨਾਨ ਇਨਵੇਸਿਵ ਜਿਹੜੇ ਵੈਂਟੀਲੇਟਰ ਉੱਤੇ ਬਚਾਅ ਜ਼ਿਆਦਾ ਹੁੰਦਾ, ਜਾਂ ਹਾਈ ਫਲੋ ਨੇਜ਼ਲ ਆਕਸੀਜਨ ਜਿਹੜੇ ਕੈਨੂਲਾਸ ਹੈ ਉਹ ਵੀ ਅੱਜਕੱਲ ਅਵੇਲੇਬਲ ਹੈ ਜੀ। ਸੋ ਉਹਦੇ ਨਾਲ ਵੀ ਜਿਹੜਾ ਬਚਾਅ ਜ਼ਿਆਦਾ ਹੈ ਅੱਜਕੱਲ ਹੋ ਰਿਹਾ ਪੇਸ਼ੈਂਟਸ ਦਾ। ਇਸ ਕਰਕੇ ਇਹ ਨਵੀਆਂ ਚੀਜ਼ਾਂ ਕਰਕੇ ਅਸੀਂ ਜ਼ਿਆਦਾ ਪੇਸ਼ੈਂਟ ਬਚਾ ਰਹੇ ਹਾਂ। ਤੁਹਾਡੇ ਹਸਪੀਟਲ 'ਚ ਜਿਹੜੀ ਤਾਂ ਹੁਣ ਪੀਜੀਆਈ 'ਚ ਵੀ ਪਲਾਜ਼ਮਾ ਥੈਰੇਪੀ ਚੱਲੀ ਸੀ, ਤੇ ਤੁਸੀਂ ਇਸ ਵੇਲੇ ਕੋਈ ਪਲਾਜ਼ਮਾ ਦੇ ਕੋਈ ਪੇਸ਼ੈਂਟਸ? ਪਲਾਜ਼ਮਾ ਥੈਰੇਪੀ ਦੇ ਸਾਡੇ ਬਹੁਤ ਘੱਟ ਪੇਸ਼ੈਂਟ ਹੈਗੇ ਹੈ ਜੀ, ਕਿਉਂਕਿ ਪਲਾਜ਼ਮਾ ਦੀ ਅਵੇਲੇਬਿਲਿਟੀ ਜਿਹੜੀ ਨਾ ਉਹ ਕੁਝ ਸੈਂਟਰਸ 'ਚ ਹੀ ਹੈ ਪੰਜਾਬ 'ਚ, ਹਜੇ ਬਹੁਤ ਘੱਟ ਹੈ। 2 ਜਾਂ 3 ਸੈਂਟਰ ਹੀ ਹੈ ਜਿਨ੍ਹਾਂ ਕੋਲ ਪਲਾਜ਼ਮਾ ਅਵੇਲੇਬਲ ਹੈ, ਪਰ ਉਸ ਤੋਂ ਬਿਨਾਂ ਵੀ ਅਸੀਂ ਬਹੁਤ ਸਾਰੇ ਪੇਸ਼ੈਂਟ ਨੰਬਰ ਠੀਕ ਕਰ ਸਕਦੇ ਹਾਂ। ਪਲਾਜ਼ਮਾ ਲਈ ਤਾਂ ਡੋਨਰ ਵੀ ਚਾਹੀਦਾ, ਡੋਨਰ ਵੀ ਚਾਹੀਦਾ ਹਾਂਜੀ, ਕਿਉਂਕਿ ਡੋਨਰ ਬਹੁਤ ਅੱਗੇ ਆਉਂਦੇ ਨਹੀਂ, ਇਸ ਕਰਕੇ ਸ਼ਾਇਦ ਜਿੱਦਾਂ ਪਟਿਆਲਾ ਜਾਂ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਜਿੱਥੇ ਕਿ ਇਹਨਾਂ ਨੇ ਪਲਾਜ਼ਮਾ ਸੈਂਟਰਸ ਬਣਾਏ ਆ, ਸੋ ਉੱਥੇ ਡੋਨਰਸ ਘੱਟ ਹੋਣ ਕਰਕੇ ਉਹਦੀ ਅਵੇਲੇਬਿਲਿਟੀ ਘੱਟ ਹੈ, ਬਹੁਤ ਘੱਟ ਪੇਸ਼ੈਂਟ। ਇਹ ਨਾਲੇ ਪਲਾਜ਼ਮਾ ਦੀ ਜਿਹੜੀ ਨਾ ਜੇ ਅਰਲੀ ਸਟੇਜ ਤੇ ਦਿੱਤਾ ਜਾਵੇ ਤਾਂ ਹੀ ਫਾਇਦਾ ਹੁੰਦਾ, ਲੇਟ ਸਟੇਜ ਤੇ ਪਲਾਜ਼ਮਾ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਬਹੁਤ ਅੱਛੀ ਗੱਲ ਤੁਸੀਂ ਦੱਸੀ ਵੀ ਪਲਾਜ਼ਮਾ ਦਾ ਜਿਹੜਾ ਫਾਇਦਾ ਸ਼ੁਰੂਆਤ 'ਚ ਫਾਇਦਾ। ਤੇ ਜਿਸ ਤਰ੍ਹਾਂ ਤੁਹਾਡੇ ਕੋਲ ਸ਼ੁਰੂਆਤ 'ਚ ਪੇਸ਼ੈਂਟ ਆਉਂਦੇ ਸੀ ਉਦੋਂ ਤਾਂ ਨਹੀਂ ਤੁਹਾਨੂੰ ਲੋੜ ਪਈ ਕੋਈ ਵੈਂਟੀਲੇਟਰ ਤੇ ਗਿਆ ਪੇਸ਼ੈਂਟ, ਕਿ ਉਦੋਂ ਜ਼ਿਆਦਾ ਆਕਸੀਜਨ ਤੇ ਜਾਂਦੇ ਸੀ, ਆਕਸੀਜਨ ਲੈਵਲ ਉਹਦਾ ਘਟ ਜਾਂਦਾ ਸੀ ਪੇਸ਼ੈਂਟ ਦਾ? ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਸਭ ਤੋਂ ਜ਼ਿਆਦਾ ਪੇਸ਼ੈਂਟਸ ਦੀ ਆਕਸੀਜਨ ਘਟ ਜਾਂਦੀ, ਉਹ ਕਦੋਂ ਕਿਹੜੇ ਸਟੇਜ ਤੇ ਹੁੰਦੇ ਜਦੋਂ ਆਕਸੀਜਨ ਘਟ ਜਾਂਦੀ? ਸ਼ੁਰੂਆਤ 'ਚ ਜਿਹੜੇ ਆਉਂਦੇ ਸੀਗੇ ਉਦੋਂ ਆਕਸੀਜਨ ਘਟਣ ਵਾਲੇ ਪੇਸ਼ੈਂਟ ਮਤਲਬ ਘੱਟ ਸੀਗੇ। ਹੁਣ ਜਿੱਦਾਂ ਦਾ ਨੰਬਰ ਵੱਧਦਾ ਗਿਆ ਹੁਣ ਮੈਕਸਿਮਮ ਪੇਸ਼ੈਂਟ ਸਮਝ ਲਓ ਵੀ ਜਿਹਨਾਂ ਦੀ ਆਕਸੀਜਨ ਘੱਟ ਹੁੰਦੀ ਹੈ ਉਹੀ ਆ ਰਹੇ ਹੈਗੇ ਆ। ਜਿੱਦਾਂ ਵੀ 70% ਪੇਸ਼ੈਂਟ ਐਸੇ ਜਿਹਨਾਂ ਦੀ ਆਕਸੀਜਨ ਘੱਟ ਹੈ, ਪਰ ਕਈਆਂ ਦੀ ਇੰਨੀ ਜ਼ਿਆਦਾ ਘੱਟ ਨਹੀਂ ਹੈ ਕਿ ਉਹਨੂੰ ਅਸੀਂ ਮੈਨੇਜ ਘਰੇ ਵੀ ਕਈ ਹੋ ਜਾਂਦੇ, ਤੇ ਕਈ ਅਸੀਂ ਹਸਪੀਟਲ ਦੇ ਵਿੱਚ ਮੈਨੇਜ ਕਰਦੇ ਘੱਟ ਆਕਸੀਜਨ। ਪਰ ਕਈ ਐਸੇ ਪੇਸ਼ੈਂਟ ਜਿਹੜੇ ਬਹੁਤ ਹੀ ਘੱਟ ਆਕਸੀਜਨ, ਹੁਣ ਜ਼ਿਆਦਾ ਇਹੋ ਜਿਹੇ ਕੇਸ ਆ ਰਹੇ ਹਨ ਜਿਨ੍ਹਾਂ ਨੂੰ ਅਸੀਂ ਹਸਪੀਟਲਾਈਜ਼ ਕਰਕੇ ਹਾਈ ਫਲੋ ਆਕਸੀਜਨ ਤੇ ਰੱਖ ਕੇ ਸਟੀਰੋਇਡ ਦੀ ਡੋਜ਼ ਬੜੀ ਵਧਾਉਣੀ ਪੈਂਦੀ ਹੈ, ਹੋਰ ਉਹਦੇ ਨਾਲ ਖੂਨ ਪਤਲਾ ਕਰਨ ਵਾਲੀ ਲੋ ਮੋਲੀਕੂਲਰ ਵੇਟ ਹੈਪਰਿਨ ਕਹਿੰਦੇ ਆ ਉਹ ਦੇਣੀਆਂ ਪੈਂਦੀਆਂ, ਉਹਦੇ ਨਾਲ ਅਸੀਂ ਇਹਨੂੰ ਬਾਹਰ ਕੱਢ ਸਕਦੇ ਹਾਂ, ਜਾਂ ਹਾਈ ਫਲੋ ਨੇਜ਼ਲ ਕੈਨੂਲਾ ਤੇ ਰੱਖ ਕੇ ਇਹਨਾਂ ਨੂੰ ਬਾਹਰ ਅਸੀਂ ਕੱਢ ਸਕਦੇ ਹਾਂ। ਹੁਣ ਜਿਹੜੇ ਤੁਸੀਂ ਗੱਲ ਕੀਤੀ ਪੇਸ਼ੈਂਟਸ ਜ਼ਿਆਦਾ ਆ ਰਹੇ, ਇਹਦਾ ਮਤਲਬ ਪਹਿਲਾਂ ਟੈਸਟ ਘੱਟ ਸੀ ਤੇ ਹੁਣ ਟੈਸਟਿੰਗ ਜ਼ਿਆਦਾ ਕਰਕੇ ਪੇਸ਼ੈਂਟ ਜ਼ਿਆਦਾ ਆ ਰਹੇ, ਕੀ ਵਜ੍ਹਾ ਸਮਝਦੇ ਹੋ? ਨਹੀਂ, ਟੈਸਟ ਦਾ ਵੀ ਇੱਕ ਹੈ, ਪਰ ਉਹਦੇ ਨਾਲ ਹੋਰ ਵੀ ਜ਼ਿਆਦਾ ਹੈ ਵੀ ਹੁਣ ਲੋਕਾਂ ਨੂੰ ਥੋੜੀ ਆਪਸ ਚ ਜਿੱਦਾਂ ਨਾ ਜਿਹੜੇ ਬਚਾਅ ਦੇ ਆ ਉਹ ਘੱਟ ਲੈਣ ਲੱਪੇ ਲੋਕੀ, ਇੰਨੀ ਜਿਹੜਾ ਬਚਾਅ ਜਿੱਦਾਂ ਅੱਗੇ ਸੇ ਹੁਣ ਮਿਕਸਅਪ ਵੀ ਹੋਣ ਲੱਪੇ, ਜਿੱਦਾਂ ਕੋਈ ਹੁਣ ਸਾਰਾ ਬਿਜ਼ਨਸ ਖੁੱਲ ਗਿਆ ਹੈਗਾ, ਕਮਿਊਨਿਟੀ ਸਪਰੈਡ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਵੱਧ ਗਿਆ, ਇਸ ਕਰਕੇ ਮੇਰਾ ਖਿਆਲ ਹੈ ਵੀ ਨੰਬਰ ਵੱਧਦਾ ਜਾ ਰਿਹਾ ਹੈਗਾ। ਨੋ ਡਾਊਟ ਟੈਸਟ ਵੀ ਵਧੇ ਹੈ, ਪਰ ਇਹਦੇ ਨਾਲ ਜਿਹੜਾ ਲੋਕਾਂ ਦਾ ਆਪਸ ਦੇ ਵਿੱਚ ਇਹ ਹੈਗਾ, ਇਹ ਨੇੜੇ ਜਿਹੜਾ ਹੋ ਗਏ ਹੁਣ ਡਿਸਟੈਂਸਿੰਗ ਦਾ ਜਾਂ ਬਾਕੀ ਬਚਾਅ ਨਹੀਂ ਕਰਦੇ, ਜਿੱਦਾਂ ਮਾਸਕ ਹੀ ਪਾਉਣਾ, ਮਾਸਕ ਅਸੀਂ ਦੇਖਿਆ ਲੋਕਾਂ ਨੂੰ ਪੂਰਾ ਮਾਸਕ ਨੱਕ ਦੇ ਉੱਪਰ ਤੱਕ ਨਹੀਂ ਪਾਉਂਦੇ, ਥੱਲੇ ਕਰਕੇ ਫਿਰ ਦੂਰ ਰਹਿੰਦੇ ਹੈਗੇ। ਸੋ ਉਹ ਇਹ ਚੀਜ਼ਾਂ ਸਾਰੀਆਂ ਹੋਣਾ ਚਾਹੀਦਾ। ਦੱਸੋ ਜਦੋਂ ਦਰਸ਼ਕਾਂ ਨੂੰ ਮਾਸਕ ਕਿਹੜਾ ਹੋਣਾ ਚਾਹੀਦਾ, ਕਿਸ ਤਰ੍ਹਾਂ ਪਾਉਣਾ ਚਾਹੀਦਾ, ਔਰ ਕਿੰਨੀ ਕੁ ਜਿਹੜਾ ਤੁਹਾਡਾ ਸੁਰੱਖਿਆ ਕਰ ਸਕਦਾ ਮਾਸਕ? ਕਿਉਂਕਿ ਬਹੁਤ ਲੋਕ ਲਾਈਟਲੀ ਲੈਂਦੇ ਇਸ ਗੱਲ ਨੂੰ। ਇਹ ਲਾਈਟਲੀ ਨਹੀਂ ਲੈਣਾ ਚਾਹੀਦਾ। ਸਰਜੀਕਲ ਮਾਸਕ ਜਾਂ ਆਮ ਸਰਜੀਕਲ ਮਾਸਕ ਵੀ ਹੈ ਜਾਂ ਕੱਪੜੇ ਦਾ ਮਾਸਕ ਵੀ ਹੈ ਜੋ ਨੱਕ ਤੋਂ ਉੱਪਰ ਤੇ ਚਿੰਨ ਦੇ ਥੱਲੇ ਤੱਕ ਏਦਾਂ ਦਾ ਮਾਸਕ ਜਿਹੜਾ ਕਵਰ ਪੂਰਾ ਕਰੇ, ਕਦੀ ਵੀ ਉਹਨੂੰ ਥੱਲੇ ਨਹੀਂ ਕਰਨਾ ਗੱਲਬਾਤ ਕਰਨ ਲੱਗਿਆ ਜਾਂ ਕਿਸੇ ਨੂੰ ਮਿਲਣ ਲੱਗਿਆ। ਇਸ ਤਰ੍ਹਾਂ ਡਿਸਟੈਂਸਿੰਗ ਪ੍ਰੋਪਰ ਰੱਖਣਾ ਹੈ, ਮਾਸਕ ਨੂੰ ਪੂਰਾ ਕਵਰ ਕਰਨਾ ਹੈ। ਜੇ ਇਹਨਾਂ ਚੀਜ਼ਾਂ ਦਾ ਆਪਾਂ ਖਿਆਲ ਰੱਖੀਏ ਤੇ ਫਿਰ ਵੀ ਅਸੀਂ ਬਹੁਤ ਸਾਰੇ ਕੇਸਿਸ ਜਿਹੜੇ ਬਚ ਸਕਦੇ ਹੈਗੇ। ਦੇਖੋ ਇੱਕ ਪਰਿਵਾਰ
ਪਰਿਵਾਰ ਦਾ ਕੋਈ ਮੈਂਬਰ ਜੈਸੇ ਸਰਵਿਸ ਕਰਦਾ ਜੋ ਬਾਹਰ ਜਾਂਦਾ ਤਾਂ ਫਿਰ ਘਰ ਆਉਂਦਾ ਤੇ ਉਹ ਫਿਰ ਉਹ ਕਹਿੰਦੇ ਸਾਰੇ ਘਰ ਦੇ ਜੇ ਕਿਤੇ ਲੱਛਣ ਪਾਏ ਜਾਂਦੇ ਸਾਰੇ ਘਰ ਦਾ ਨਹੀਂ ਇਮੀਡੀਏਟ ਹੋ ਜਾਂਦਾ ਜਾਂ ਲੱਛਣ ਪਾਏ ਜਾਂਦੇ ਇਹ ਕਿਸ ਤਰ੍ਹਾਂ ਹੋ ਜਾਂਦਾ ਕਿੰਨੀ ਕਿ ਸਪਰੈਡ ਦੀ ਇਸ ਵੇਲੇ ਦੀ ਤਦਾਦ ਪਹੁੰਚ ਚੁੱਕੀ ਹੈ ਇਹ ਜਦੋਂ ਇੱਕ ਬੰਦਾ ਜਿਹਦਾ ਬਾਹਰ ਜਾ ਰਿਹਾ ਕੋਈ ਕੰਮ ਕਰਨ ਵਾਲਾ ਬੰਦਾ ਹੈ ਬਿਜ਼ਨਸ ਦੇ ਵਿੱਚ ਹੈ ਜਾਂ ਜਿਹਦੇ ਅੰਡਰ ਕੋਈ ਵਰਕਰਸ ਬੜੇ ਕੰਮ ਕਰ ਰਹੇ ਹੈਗੇ ਆ ਜੇ ਉਹ ਉੱਥੇ ਡਿਸਟੈਂਸਿੰਗ ਨਹੀਂ ਰੱਖਦਾ ਜਾਂ ਆਪਣੇ ਕਵਰ ਨਹੀਂ ਕਰਕੇ ਰੱਖਦਾ ਤੇ ਉਹ ਜੇ ਲੈ ਆਂਦਾ ਘਰ ਦੇ ਵਿੱਚ ਬਿਮਾਰੀ ਨੂੰ ਮੇਨ ਤਾਂ ਇਹ ਵੀ ਘਰ ਆ ਕੇ ਜਾਂ ਤਾਂ ਉਸ ਨੂੰ ਬੰਦੇ ਨੂੰ ਸਾਰਾ ਵੀ ਨਹਾ ਕੇ ਗਰਮ ਪਾਣੀ ਨਾਲ ਜਾਂ ਅਦਰਵਾਈਜ਼ ਕੱਪੜੇ ਵੀ ਗਰਮ ਪਾਣੀ 'ਚ ਰੱਖ ਦੇਣੇ ਚਾਹੀਦੇ ਸਾਰਾ ਚੇਂਜ ਕਰਕੇ ਫਿਰ ਉਹ ਘਰ ਦੇ ਵਿੱਚ ਆਏ ਫਿਜ਼ੀਬਿਲਿਟੀ ਹੈ ਜਦੋਂ ਬਾਹਰੋਂ ਕੋਈ ਆਵੇ ਉਹਨੂੰ ਇਹ ਤੁਸੀਂ ਦੱਸ ਰਹੇ ਹੋ ਇਹ ਕਰਨੇ ਚਾਹੀਦੇ ਉਹਨੂੰ ਕਿਸੇ ਵੀ ਬੰਦੇ ਨੂੰ ਕੋਈ ਵੀ ਜਿਹੜਾ ਬਾਹਰੋਂ ਆ ਰਿਹਾ ਜਦੋਂ ਤੁਸੀਂ ਤਾਂ ਬਹੁਤ ਲੋਕਾਂ ਨੂੰ ਮਿਲਦੇ ਹੋ ਅਸੀਂ ਵੀ ਸਾਡਾ ਵੀ ਬਾਹਰ ਲੱਗਾ ਬਹੁਤ ਲੋਕਾਂ ਨੂੰ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਆਮ ਜਦੋਂ ਘਰ ਜਾਂਦੇ ਆ ਆਪਾਂ ਜਾਂ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਕੀ ਪ੍ਰੀਕਾਸ਼ਨਸ ਲੈਂਦੇ ਹੋ ਘਰ ਜਾ ਕੇ ਅਸੀਂ ਤਾਂ ਇਹੀ ਪ੍ਰੀਕਾਸ਼ਨਸ ਲੈਂਦੇ ਆ ਵੀ ਆਪਣੇ ਸਿੱਧੇ ਮਤਲਬ ਜਿੱਦਾਂ ਬਾਥਰੂਮ ਜਾ ਕੇ ਕੱਪੜੇ ਆਪਣੇ ਪੂਰੇ ਗਰਮ ਪਾਣੀ ਚ ਪਾ ਦਈਦੇ ਆ ਗਰਮ ਪਾਣੀ ਨਾਲ ਹੀ ਨਹਾਈਦਾ ਹੈਗਾ ਸੋ ਜੋ ਬਾਹਰ ਦੇ ਸ਼ੂਜ਼ ਵਗੈਰਾ ਉਹ ਸਾਈਡ ਤੇ ਰੱਖਿਆ ਏਰੀਆ ਉੱਥੇ ਉਤਾਰ ਕੇ ਅੰਦਰ ਜਿਹੜੇ ਘਰ ਚ ਪਾਉਣ ਵਾਲੇ ਕੱਪੜੇ ਆ ਉਹੀ ਯੂਜ਼ ਕਰੀਦੇ ਹੈਗੇ ਸੋ ਪੂਰੀਆਂ ਪ੍ਰੀਕਾਸ਼ਨਸ ਲਈਦੀਆਂ ਹੈਗੀਆਂ ਘਰ ਦੇ ਵਿੱਚ ਵੀ ਕਿਉਂਕਿ ਜਿਹੜਾ ਬੰਦਾ ਬਾਹਰ ਪ੍ਰੀਕਾਸ਼ਨ ਨਹੀਂ ਲੈ ਰਿਹਾ ਜੋ ਘਰ ਲੈ ਕੇ ਆ ਰਿਹਾ ਫਿਰ ਉਹ ਘਰ ਦੇ ਵਿੱਚ ਸਪਰੈਡ ਜਲਦੀ ਹੋਏਗਾ ਇਸ ਵੇਲੇ ਹਸਪੀਟਲ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਈ ਲੋਕ ਕਹਿੰਦੇ ਆ ਸਾਡੇ ਕਈ ਇਲਜ਼ਾਮ ਵੀ ਲਾਉਂਦੇ ਨੇ ਵੀ ਸਾਨੂੰ ਲੱਛਣ ਨਹੀਂ ਵੀ ਹੁੰਦੇ ਤਾਂ ਸਾਨੂੰ ਪੋਜ਼ਿਟਿਵ ਕਰ ਦਿੱਤਾ ਜਾਂਦਾ ਐਦਾਂ ਦੀ ਵੀ ਕੋਈ ਟੈਸਟਿੰਗ ਦੀ ਕੋਈ ਤੁਹਾਨੂੰ ਰਿਪੋਰਟਸ ਆ ਰਹੀਆਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜੇ ਪ੍ਰੀਕਾਸ਼ਨਸ ਲੈਣ ਹਸਪੀਟਲ ਦੇ ਅੰਦਰ ਵੀ ਹੁਣ ਅਸੀਂ ਰਹਿੰਦੇ ਆ ਅਸੀਂ ਪਤਾ ਕਿੰਨੇ ਹਜ਼ਾਰਾਂ ਹੀ ਦੇਖ ਚੁੱਕੇ ਆ ਪੇਸ਼ੈਂਟ ਕਈ ਵਾਰ ਕਹਿੰਦੇ ਵੀ ਨੈਗੇਟਿਵ ਆਈ ਸੀ ਤੇ ਫਿਰ ਸਾਡੀ ਪੋਜ਼ਿਟਿਵ ਕਿੱਦਾਂ ਆ ਗਈ ਇਹਦਾ ਦੱਸਣਾ ਜ਼ਰੂਰੀ ਹੈ ਜਿਹੜੀ ਨੈਗੇਟਿਵ ਜਿਹੜਾ ਹੈਗਾ ਮੰਨ ਲਓ ਵੀ ਸ਼ੁਰੂਆਤ 'ਚ ਇੱਕ ਪੇਸ਼ੈਂਟ ਆਇਆ ਹੈਗਾ ਉਹਦਾ ਨੈਗੇਟਿਵ ਟੈਸਟ ਆਇਆ ਹੈਗਾ ਪਰ ਐਕਸਪੋਜ਼ ਹੋਇਆ ਤਾਂ ਤੀਜੇ ਤੋਂ ਪੰਜਵੇਂ ਦਿਨ ਜਾ ਕੇ ਉਹਦਾ ਪੋਜ਼ਿਟਿਵ ਹੋਏਗਾ ਇਮੀਡੀਏਟ ਲੋਕ ਘਬਰਾ ਜਾਂਦੇ ਉਹ ਗਲਤ ਸਮਝਦੇ ਵੀ ਸ਼ਾਇਦ ਸਾਨੂੰ ਕਿਤੇ ਗਲਤੀ ਨਾ ਕਰ ਦਿੱਤਾ ਗਿਆ ਨਹੀਂ ਇਹ ਇੰਟਰਪ੍ਰੈਟ ਗਲਤ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਡਿਪੈਂਡ ਕਰਦਾ ਵੀ ਵਾਇਰਸ ਕਿੰਨਾ ਕਿ ਐਕਟਿਵ ਹੈਗਾ ਜੇ ਸ਼ੁਰੂ 'ਚ ਜਿੱਦਾਂ ਮੰਨ ਲਓ ਮੈਂ ਅੱਜ ਐਕਸਪੋਜ਼ ਹੋਇਆ ਇੱਕ ਮਰੀਜ਼ ਨੂੰ ਮੈਂ ਤੀਜੇ ਤੋਂ ਪੰਜਵੇਂ ਦਿਨ ਬਾਅਦ ਮੈਂ ਪੋਜ਼ਿਟਿਵ ਹੋਣ ਦੇ ਮੇਰੇ ਚਾਂਸ ਜ਼ਿਆਦਾ ਹੋਣਗੇ 8ਵੇਂ ਦਿਨ ਤੱਕ ਸੋ ਉਸ ਵੇਲੇ ਜਦੋਂ ਟੈਸਟ ਕਰਾਂਗੇ ਫਿਰ ਪੋਜ਼ਿਟਿਵ ਆਏਗਾ ਉਸ ਤੋਂ ਪਹਿਲਾਂ ਨੈਗੇਟਿਵ ਆਏਗਾ ਜਾਂ ਉਹ ਤੋਂ ਲੇਟ ਆਏ ਪੇਸ਼ੈਂਟ ਤਾਂ ਵੀ ਨੈਗੇਟਿਵ ਆ ਸਕਦਾ ਹੈ ਸੋ ਇਸ ਚੀਜ਼ ਨੂੰ ਗਲਤ ਨਹੀਂ ਲੈਣਾ ਚਾਹੀਦਾ ਸੋ ਇਹ ਹਾਂਜੀ ਸੋ ਇਹ ਪੋਜ਼ਿਟਿਵਿਟੀ ਜਿਹੜੀ ਹੈਗੀ ਉਹ ਡਿਪੈਂਡ ਕਰੇਗੀ ਤੁਹਾਡਾ ਵਾਇਰਸ ਕਿੰਨਾ ਐਕਟਿਵ ਹੈ ਕਿੰਨਾ ਲੋਡ ਹੈ ਤੁਹਾਡੇ ਅੰਦਰ ਉਸ ਤੇ ਡਿਪੈਂਡ ਕਰੇਗਾ ਜਿਹੜਾ ਇੱਕ ਪੋਜ਼ਿਟਿਵ ਮਰੀਜ਼ ਹੈ ਉਹਨੂੰ ਕਿੰਨੇ ਦਿਨ ਵਾਸਤੇ ਇhtiyat ਵਰਤਣੀ ਚਾਹੀਦੀ ਹੈ ਘੱਟੋ ਘੱਟ ਜਦੋਂ ਠੀਕ ਹੋਣ ਤੋਂ ਬਾਅਦ ਕਿੰਨੀ ਵਰਤਣੀ ਚਾਹੀਦੀ ਹਾਂਜੀ ਪੋਜ਼ਿਟਿਵ ਮਰੀਜ਼ ਹੈ ਨਾ ਜਦੋਂ ਉਹਨੂੰ ਸਿੰਪਟਮ ਸ਼ੁਰੂ ਹੋਇਆ ਬੁਖਾਰ ਮੰਨ ਲਓ ਅੱਜ ਸ਼ੁਰੂ ਹੋਇਆ ਉਹ ਤੋਂ 17 ਦਿਨ ਦਾ ਅਸੀਂ ਟਾਈਮ ਲੈਂਦੇ ਆ ਜਦ ਤੱਕ ਉਹਨੂੰ ਇhtiyat ਘਰ ਦੇ ਵਿੱਚ ਸੈਪਰੇਟ ਰਹਿਣਾ ਚਾਹੀਦਾ ਆਈਸੋਲੇਸ਼ਨ 'ਚ ਰਹਿਣਾ ਚਾਹੀਦਾ 17 ਦਿਨ ਤੋਂ ਬਾਅਦ ਚਾਹੇ ਉਹ ਟੈਸਟ ਵੀ ਨਾ ਹੋਏ ਤਾਂ ਵੀ ਉਹਦੇ ਚਾਂਸ ਆਲਮੋਸਟ ਜ਼ੀਰੋ ਹੋ ਜਾਂਦੇ ਵੀ ਉਹ ਕਿਸੇ ਨੂੰ ਸਪਰੈਡ ਕਰ ਸਕੇ ਪਰ ਉਸ ਤੋਂ ਉਹਨੂੰ ਟੈਸਟ ਕਰਾਉਣਾ ਚਾਹੀਦਾ 17 ਦਿਨ ਬਾਅਦ ਵੀ 17 ਦਿਨ ਬਾਅਦ ਟੈਸਟ ਕਰਾਉਣ ਦੀ ਵੈਸੇ ਅੱਜ ਕੱਲ੍ਹ ਕੋਈ ਜ਼ਰੂਰਤ ਨਹੀਂ ਜੋ ਲੇਟੈਸਟ ਰეკਮੈਂਡੇਸ਼ਨ ਹੈਗੀ ਉਸ ਤੋਂ ਬਾਅਦ ਆਈਸੋਲੇਸ਼ਨ ਦੀ ਵੀ ਕੋਈ ਨਹੀਂ ਜ਼ਰੂਰਤ ਨਹੀਂ ਹੈ ਐਸਾ ਵੀ ਕਈ ਪੇਸ਼ੈਂਟ ਅਸੀਂ ਦੇਸ਼ 'ਚ ਵੀ ਦੇਖਿਆ ਜਦੋਂ ਕਈ ਵਾਰੀ ਕੋਈ ਨੈਗੇਟਿਵ ਹੋ ਕੇ ਘਰ ਚਲੇ ਜਾਂਦਾ ਫਿਰ ਵੀ ਬਾਅਦ 'ਚ ਉਹਦੇ ਵੀ ਪੋਜ਼ਿਟਿਵ ਦੇ ਲੱਛਣ ਪਾਏ ਜਾਂਦੇ ਕੁਝ ਦੇਰ ਬਾਅਦ ਇਹਦਾ ਮਤਲਬ ਕਿਉਂਕਿ WHO ਵੀ ਇਹੀ ਕਹਿੰਦਾ ਵੀ ਹਾਲੇ ਲੱਛਣ ਜਿਹੜੇ ਹੈ ਉਹਦੇ ਅੰਦਰ ਸਰੀਰ 'ਚ ਰਹਿੰਦੇ ਆ ਐਂਟੀਬਾਡੀ ਤੋਂ ਚਾਹੇ ਬਣ ਜਾਂਦੀ ਹੈ ਲੇਕਿਨ ਫਿਰ ਵੀ ਕਈ ਪੇਸ਼ੈਂਟਸ ਕਈ ਪਰਸੈਂਟੇਜ ਮੈਂ ਸਾਰੇ ਤਾਂ ਨਹੀਂ ਕਹਿ ਰਿਹਾ ਲੇਕਿਨ ਇਦਾਂ ਦੀਆਂ ਸਾਨੂੰ ਖਬਰਾਂ ਆਈਆਂ ਵੀ ਉਹ ਦੁਬਾਰਾ ਪੋਜ਼ਿਟਿਵ ਹੋ ਜਾਂਦੇ ਉਹ ਕਿਸ ਤਰ੍ਹਾਂ ਉਹਨਾਂ ਦੀ ਬਣ ਜਾਂਦੀ ਸਥਿਤੀ ਕਿਉਂਕਿ ਦੁਬਾਰਾ ਪੋਜ਼ਿਟਿਵ ਹੋਣ ਦੇ ਚਾਂਸ ਬਹੁਤ ਰੇਅਰ ਹੈ ਜੀ ਜਿੱਦਾਂ ਮੰਨ ਲਓ ਸਾਡਾ ਕੋਈ ਪੇਸ਼ੈਂਟ ਆ ਠੀਕ ਹੋ ਕੇ ਗਿਆ 17 ਦਿਨ ਬਾਅਦ ਉਹਨੇ ਟੈਸਟ ਨਹੀਂ ਕਰਾਇਆ ਚਲੋ ਉਹਨੇ ਮਹੀਨੇ ਬਾਅਦ ਉਹਨੂੰ ਲੱਗਾ ਵੀ ਮੈਨੂੰ ਹੋਰ ਸਿੰਪਟਮ ਆ ਰਿਹਾ ਤੇ ਉਹਨੇ ਟੈਸਟ ਕਰਾਇਆ ਤੇ ਪੋਜ਼ਿਟਿਵ ਆਇਆ ਸੋ ਆਮ ਕਰਕੇ ਇਹ ਡੈਡ ਵਾਇਰਸ ਹੁੰਦਾ ਜੀ ਜੀ ਜਿਹੜਾ ਕਿ ਮਰ ਚੁੱਕਾ ਹੁੰਦਾ ਪਰ ਪੋਜ਼ਿਟਿਵ ਆ ਜਾਂਦਾ ਹੈਗਾ ਸੋ ਉਹ ਕਿਸੇ ਨੂੰ ਸਪਰੈਡ ਨਹੀਂ ਕਰ ਸਕਦਾ ਉਹ ਬੰਦਾ ਜੀ ਸੋ ਰੀਇਨਫੈਕਸ਼ਨ ਜਿਹਨੂੰ ਕਹਿੰਦੇ ਵੀ ਦੁਬਾਰਾ ਇਨਫੈਕਸ਼ਨ ਹੋਈ ਹੋਵੇ ਉਹ ਹਜੇ ਬਹੁਤ ਰੇਅਰ ਹੈ ਦੁਨੀਆ 'ਚ ਚਾਈਨਾ ਦੇ ਅੰਦਰ ਵੀ ਇਸ ਤਰ੍ਹਾਂ ਦੇ ਸਾਨੂੰ ਦੁਬਾਰਾ ਖਬਰਾਂ ਦੇਖਣ ਨੂੰ ਮਿਲੀਆਂ ਵੀ ਚਾਈਨਾ ਦੇ ਅੰਦਰ ਵੀ ਦੁਬਾਰਾ ਉਸੇ ਮਰੀਜ਼ਾਂ ਨੂੰ ਹੋ ਗਿਆ ਇਸ ਤਰੀਕੇ ਬਹੁਤ ਘੱਟ ਚਾਂਸ ਇੰਨਾ ਘੱਟ ਹੈ ਮਤਲਬ ਜਿਹਦਾ 100 ਮਗਰ ਇੱਕ ਬੰਦਾ ਫਿਰ ਇਹਦੀ ਯਾਦ ਕੀ ਵਰਤਣੀ ਚਾਹੀਦੀ ਪੇਸ਼ੈਂਟਸ ਉਹਨਾਂ ਨੇ ਇਹ ਵੀ ਬਾਅਦ ਵਿੱਚ ਪ੍ਰੀਕਾਸ਼ਨਸ ਪੂਰੀਆਂ ਉਹੀ ਲੈਣੀਆਂ ਚਾਹੀਦੀਆਂ ਜੋ ਆਪਾਂ ਹੁਣ ਕਹਿੰਦੇ ਵੀ ਡਿਸਟੈਂਸਿੰਗ ਤੇ ਕਵਰ ਕਰਨਾ ਉਦੋਂ ਵੀ ਸੇਮ ਪ੍ਰੀਕਾਸ਼ਨ ਲੈਂਦੇ ਰਹਿਣਾ ਚਾਹੀਦਾ ਜੀ ਕਿਉਂਕਿ ਹਜੇ ਇਹ ਪ੍ਰੂਵ ਨਹੀਂ ਹੋ ਸਕਿਆ ਵੀ ਇਮਿਊਨਿਟੀ ਕਿੰਨੀ ਦੇਰ ਰਹਿੰਦੀ ਹੈ ਜਾਂ ਰੀਇਨਫੈਕਸ਼ਨ ਦੇ ਕੋਈ ਚਾਂਸ ਹੈ ਕਿ ਨਹੀਂ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਹਜੇ ਪਰ ਆਏ ਜ਼ਰੂਰ ਬਹੁਤ ਘੱਟ ਕੇਸ ਹੈ ਰੀਇਨਫੈਕਸ਼ਨ ਵਾਲੇ ਹਜੇ ਇਹਨੇ ਪ੍ਰੂਵ ਨਹੀਂ ਹੋਏ ਕੇਸ ਓਕੇ ਤੁਸੀਂ ਦਰਸ਼ਕਾਂ ਨੂੰ ਜਾਣਦੇ ਆਪਣੇ ਕੀ ਪ੍ਰੀਕਾਸ਼ਨਸ ਔਰ ਕੀ
ਦੱਸਣਾ ਚਾਹੋਗੇ ਵੀ ਲੋਕ ਜਿਹੜੇ ਹੈ ਤੁਹਾਡੇ ਇਸ ਤਰੀਕੇ ਨਾਲ ਤੁਹਾਡੀ ਐਡਵਾਈਸ ਮੰਨਣ, ਕਿਉਂਕਿ ਡਾਕਟਰਸ ਐਡਵਾਈਸ ਜਿਹੜੀ ਹੈ ਬਹੁਤ ਮਹੱਤਵਪੂਰਨ ਹੁੰਦੀ ਆ, ਉਹੀ ਲੋਕ ਮੰਨਦੇ ਨੇ। ਔਰ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ, ਆਪਣੀ ਐਡਵਾਈਸ ਕੀ ਦੇਣਾ ਚਾਹੋਗੇ ਸਾਰੇ ਲੋਕਾਂ ਨੂੰ? ਮੈਂ ਇਹੀ ਕਹਿਣਾ ਚਾਹਾਂਗਾ ਕਿ ਇੱਕ ਜਿਹੜਾ ਮਾਸਕ ਚੰਗੀ ਤਰ੍ਹਾਂ ਪਹਿਨ ਜੀ, ਨੱਕ ਤੋਂ ਥੱਲੇ ਨਾ ਲਿਆਉਣ ਜਦੋਂ ਗੱਲ ਕਰਨੀ ਹੋਵੇ, ਜੀ, ਡਿਸਟੈਂਸਿੰਗ ਰੱਖਣ ਜੀ, ਸਪੈਸ਼ਲੀ ਸਪਰੈਡ ਕਰਦੀ ਹੈ ਡਿਜ਼ੀਜ਼, ਜਿੱਦਾਂ ਆਪਾਂ ਬੈਠੇ ਆ ਕਿਸੇ ਮਤਲਬ ਇਦਾਰੇ 'ਚ ਹੈਗੇ ਆ ਜੀ, ਤੇ ਜਦੋਂ ਅਸੀਂ ਖਾਣਾ ਖਾਣ ਲੱਗਦੇ ਆ ਉਸ ਵੇਲੇ ਅਸੀਂ ਉਤਾਰ ਦਿੰਦੇ ਸਾਰਾ ਕੁਝ, ਤੇ ਜੇ ਆਪਾਂ ਉਸ ਵੇਲੇ ਡਿਸਟੈਂਸਿੰਗ ਵਗੈਰਾ ਦਾ ਖਿਆਲ ਨਾ ਰੱਖੀਏ ਖਾਣਾ ਖਾਣ ਲੱਗਿਆ, ਮੇਨ ਸਾਡੇ ਹੈਲਥ ਵਰਕਰਸ ਉਦੋਂ ਸਪਰੈਡ ਕੀਤੀ ਹੈ ਡਿਜ਼ੀਜ਼ ਇੱਕ ਤੋਂ ਦੂਸਰੇ ਨੂੰ। ਸੋ ਉਹ ਡਿਸਟੈਂਸਿੰਗ ਦਾ ਤੇ ਕਵਰ ਦਾ ਬਹੁਤ ਧਿਆਨ ਰੱਖਣਾ, ਆਪਣੀ ਇਮਿਊਨਿਟੀ ਵਧਾ ਕੇ ਰੱਖੋ। ਜੀ, ਇਮਿਊਨਿਟੀ ਨੂੰ ਨਾ ਡਾਊਨ ਆਉਣ ਦਿਓ। ਇਮਿਊਨਿਟੀ ਡਾਊਨ ਆਉਂਦੀ ਹੈ ਕਿ ਜਦੋਂ ਆਪਾਂ ਖਾਣ ਪੀਣ ਦਾ ਪੂਰਾ ਖਿਆਲ ਨਹੀਂ ਰੱਖਦੇ, ਕੋਈ ਨਸ਼ਿਆਂ 'ਚ ਪੈਂਦੇ ਆ ਜਾਂ ਸਿਗਰਟ ਦਾ ਸੇਵਨ ਕਰਦੇ ਆ, ਜਾਂ ਇਹਨਾਂ ਚੀਜ਼ਾਂ ਤੋਂ, ਸਾਰੀਆਂ ਚੀਜ਼ਾਂ ਤੋਂ ਬਚਾਅ ਬਹੁਤ ਰੱਖਣਾ ਚਾਹੀਦਾ ਹੈ। ਸੋ ਇਹ ਆਪਣੀ ਇਮਿਊਨਿਟੀ ਨੂੰ ਮੇਨਟੇਨ ਕਰਕੇ ਰੱਖੋ, ਜਿਸ 'ਚ ਅੱਛੀ ਡਾਈਟ ਲਓ, ਜਿਸ 'ਚ ਦਹੀਂ, ਦੁੱਧ, ਲੱਸੀ ਜੋ ਆਪਣਾ ਹੈ ਆਮ, ਉਹਦੀ ਵਰਤੋਂ ਚੰਗੀ ਤਰ੍ਹਾਂ, ਫਲ ਸਬਜ਼ੀਆਂ ਵਗੈਰਾ ਲਓ। ਸੋ ਇਹਨਾਂ ਨਾਲ ਬਚਾਅ ਹੋ ਸਕਦਾ ਹੈ ਜੇ ਨਾਲ ਅਸੀਂ ਪ੍ਰੀਕਾਸ਼ਨਸ ਲਈਏ। ਬਿਲਕੁਲ। ਸੋ ਡਰਨ ਵਾਲੀ ਗੱਲ ਇੰਨੀ ਨਹੀਂ ਹੈ। ਜੇ ਸਨ ਪ੍ਰਦੀਪ ਕਪੂਰ ਜੀ, ਡਾਕਟਰ ਸਾਹਿਬ, ਜਿਹੜੇ ਕਿ ਸੀਨੀਅਰ ਡਾਕਟਰਸ ਨੇ ਉਸ ਵਾਰ ਹਸਪੀਟਲ ਦੇ ਵਿੱਚ, ਚੈਸਟ ਸਪੈਸ਼ਲਿਸਟ ਨੇ। ਇਹਨਾਂ ਨੇ ਤੁਹਾਨੂੰ ਬਹੁਤ ਬਖੂਬੀ ਨਾਲ ਦੱਸਿਆ ਵੀ ਤੁਸੀਂ ਘਬਰਾਉਣ ਵਾਲੀ ਗੱਲ ਨਹੀਂ ਹੈ, ਲੇਕਿਨ ਅਗਰ ਤੁਹਾਨੂੰ ਕੋਈ ਵੀ ਲੱਛਣ ਆਂਦਾ ਤੇ ਹਸਪੀਟਲ 'ਚ ਡਾਕਟਰ ਦੀ ਐਡਵਾਈਸ ਲਓ, ਤਾਂ ਕਿ ਅੱਗੇ ਜਿਹੜੇ ਲੱਛਣ ਜਿਹੜੀ ਆ ਪਹਿਲੀ ਸਟੇਜ ਤੋਂ ਦੂਜੀ ਸਟੇਜ ਤੱਕ ਨਾ ਪਹੁੰਚੇ। ਔਰ ਇਹ ਮੈਨੂੰ ਲੱਗਦਾ ਵੀ ਮੈਂ ਵੀ ਬਹੁਤ ਇੰਪ੍ਰੈਸ ਹੋਇਆ ਡਾਕਟਰ ਸਾਹਿਬ ਦੀ ਗੱਲਾਂ ਤੋਂ। ਤੁਸੀਂ ਵੀ ਇਹਨਾਂ ਤੇ ਜਿਹੜੀ ਇਹਨਾਂ ਨੇ ਦੱਸੀਆਂ ਉਹ ਗੱਲਾਂ ਤੇ ਤੁਸੀਂ ਅਮਲ ਕਰੋਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਨਾਲ ਅਸੀਂ ਡਾਕਟਰਸ ਨਾਲ ਇਸ ਕੋਵਿਡ ਮਹਾਮਾਰੀ ਵਾਲੇ ਗੱਲਬਾਤ ਜਾਰੀ ਰੱਖਾਂਗੇ। ਕੈਮਰਾਮੈਨ ਬਲਜਿੰਦਰ ਦੇ ਨਾਲ ਰਾਜੇਸ਼ ਮਹਿਰਾ, ਲੁਧਿਆਣਾ।